ਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਰਾਮਦਾਸ ਗੁਰ ਹਿਰ ਅਮਰਦਾਸ ਗੁਰ ਹਿਰਦੇ ਤੇ ਆਵੋ ਜੀ ਹਿਰਦੇ ਤੇ ਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਨਾਇ ਬਹੋਰੀ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਧਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਸਤਿਗੁਰੂ ਹਰਗੋਬਿੰਦ ਜੀ ਦੁਰਗ ਗਵਾਲੀਅਰ ਛੋਰ ਖਾਂ ਵਜੀਰ ਕੋ ਸੰਗ ਲੈ ਗਮਨੇ ਦਿੱਲੀ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀ, ਆਪ ਵਡਭਾਗੀ ਹੋ ਵੱਡਿਆਂ ਭਾਗਾਂ ਵਾਲੇ ਹੋ, ਜੋ ਸ਼ਬਦ ਗੁਰੂ ਸ਼ਬਦ ਬ੍ਰਹਮ ਸਾਗਰ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਂ ਦੇ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਤਪ ਸਥਾਨ ਗੁਰਦੁਆਰਾ ਬਾਠ ਸਾਹਿਬ ਵਿਖੇ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਤਿਹਾਸ ਦੀ ਲੜੀਵਾਰ ਕਥਾ ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ ਜੀ। ਕੱਲ ਰੋਜ਼ ਤੱਕ ਇਤਿਹਾਸਕ ਸਾਖੀ ਇੱਥੋਂ ਤੱਕ ਸਰਵਣ ਕਰ ਆਏ ਹੋ ਕਿ ਵਜ਼ੀਰ ਖਾਨ ਬਾਦਸ਼ਾਹ ਦੇ ਕੋਲ ਪਹੁੰਚਾ। ਜਹਾਂਗੀਰ ਦੇ ਕੋਲ ਜਾ ਕਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਸੁਨੇਹਾ ਦਿੱਤਾ ਕਿ ਸਤਿਗੁਰੂ ਜੀ ਆਖ ਰਹੇ ਹਨ ਕਿ ਜਿਤਨੇ ਵੀ ਰਾਜੇ ਹਨ, ਜੇਕਰ ਉਹ ਕਿਲੇ ਦੇ ਵਿੱਚੋਂ ਰਿਹਾ ਹੁੰਦੇ ਹਨ, ਫਿਰ ਹੀ ਅਸੀਂ ਇਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਵਾਂਗੇ। ਬਾਦਸ਼ਾਹ ਨੇ ਬੜੀ ਸੋਚ ਵਿਚਾਰ ਕੀਤੀ ਕਿ ਬੜੀ ਮੁਸ਼ਕਲ ਦੇ ਨਾਲ ਇਹ ਸਾਰੇ ਜਿਹੜੇ ਕੈਦੀ ਰਾਜੇ ਹਨ, ਇਸ ਵੇਲੇ ਕੈਦ ਦੇ ਵਿੱਚ ਹਨ, ਇਹਨਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਵੱਡੀਆਂ ਮੁਹਿੰਮਾਂ ਹੋਈਆਂ, ਅਨੇਕਾਂ ਹੀ ਜਿਹੜੇ ਸਿਪਾਹੀ ਹਨ ਉਹ ਮੈਦਾਨੇ ਜੰਗ ਦੇ ਵਿੱਚ ਵੀਰਗਤੀ ਪ੍ਰਾਪਤ ਕਰ ਗਏ। ਬੜਾ ਹੀ ਧਨ ਖਰਚ ਹੋਇਆ ਤੇ ਜੇਕਰ ਮੈਂ ਇਹਨਾਂ ਨੂੰ ਹੁਣ ਛੱਡ ਦਿੰਦਾ ਹਾਂ ਤਾਂ ਰਾਜਨੀਤਿਕ ਰੂਪ ਦੇ ਵਿੱਚ
ਕਿਸੇ ਪ੍ਰਕਾਰ ਵੀ ਉਚਿਤ ਨਹੀਂ ਹੋਵੇਗਾ। ਤੇ ਦੂਜੇ ਪਾਸੇ ਜੇਕਰ ਮੈਂ ਉਹਨਾਂ ਨੂੰ ਨਹੀਂ ਛੱਡਦਾ ਹਾਂ ਤੇ ਫਿਰ ਸਤਿਗੁਰੂ ਜੀ ਦਾ ਜਿਹੜਾ ਬਚਨ ਹੈ ਉਸ ਨੂੰ ਮੋੜਦਾ ਹਾਂ। ਵਜ਼ੀਰ ਖਾਨ ਨੇ ਆਖਦਾ ਕਿ ਬਾਦਸ਼ਾਹ ਜੀ ਜ਼ਿਆਦਾ ਸੋਚ ਵਿਚਾਰ ਨਾ ਕਰੋ, ਇਸ ਵੇਲੇ ਤੁਹਾਡੀ ਸਿਹਤ ਜਿਹੜੀ ਹੈ ਉਹ ਸਭ ਤੋਂ ਉੱਤਮ ਹੈ। ਇਹ ਰਾਜੇ ਗੁਰੂ ਜੀ ਦੇ ਕਹਿਣ ਤੇ ਜਾਂ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਹੀ ਬਾਹਰ ਆਉਣ ਲੱਗੇ ਹਨ, ਸੋ ਇਹ ਕਿਸੇ ਵੀ ਪ੍ਰਕਾਰ ਤੁਹਾਡੇ ਤੋਂ ਆਕੀ ਨਹੀਂ ਹੋਵਣਗੇ। ਕੋਈ ਵੀ ਤੁਹਾਡੇ ਵਿਰੁੱਧ ਬਗਾਵਤ ਨਹੀਂ ਕਰੇਗਾ। ਤੁਸੀਂ ਗੁਰੂ ਜੀ ਦਾ ਜਿਹੜਾ ਹੁਕਮ ਹੈ ਉਸ ਨੂੰ ਮੰਨ ਜਾਵੋ। ਸੋਚ ਵਿਚਾਰ ਕੇ ਬਾਦਸ਼ਾਹ ਨੇ ਇਹ ਆਖਿਆ ਕਿ ਜਿਤਨੇ ਵੀ ਰਾਜੇ ਸਤਿਗੁਰੂ ਜੀ ਦਾ ਪੱਲਾ ਫੜ ਕੇ ਲੜ ਫੜ ਕੇ ਕਿਲੇ ਦੇ ਵਿੱਚੋਂ ਬਾਹਰ ਆ ਜਾਵਣਗੇ ਉਹ ਤਾਂ ਰਿਹਾ ਹੋ ਜਾਵਣਗੇ, ਤੇ ਬਾਕੀ ਜਿਹੜੇ ਰਾਜੇ ਹਨ ਉਹ ਕਿਲੇ ਦੇ ਵਿੱਚ ਹੀ ਰਹਿਣਗੇ। ਖੁਸ਼ੀ ਦੇ ਨਾਲ ਇਹ ਸੁਨੇਹਾ ਲੈ ਕਰ ਵਜ਼ੀਰ ਖਾਨ ਗਵਾਲੀਅਰ ਦੇ ਕਿਲੇ ਪਹੁੰਚਾ। ਸਤਿਗੁਰੂ ਜੀ ਦੇ ਕੋਲ ਆ ਕਰ ਬਾਦਸ਼ਾਹ ਦਾ ਸੁਨੇਹਾ ਦੱਸ ਦਿੱਤਾ ਕਿ ਬਾਦਸ਼ਾਹ ਨੇ ਆਖਿਆ ਹੈ ਸਤਿਗੁਰੂ ਜੀ ਕਿ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਲੈਵਣਗੇ ਉਹ ਇਸ ਕੈਦ ਦੇ ਵਿੱਚੋਂ ਬਾਹਰ ਆ ਜਾਵਣਗੇ। ਜਾਣੀ ਜਾਂਦ ਤਾਰ ਪਿਤਾ ਜੀ ਨੇ ਪਹਿਲਾਂ ਹੀ ਇੱਕ ਬੜਾ ਹੀ ਜਿਹੜਾ ਵਿਸ਼ਾਲ ਚੋਲਾ ਸੀ ਉਹ ਸਵਾਇਆ ਹੋਇਆ ਸੀ। ਕਵੀ ਜੀ ਦੇ ਅਨੁਸਾਰ ਤਾਂ ਉਸ ਦੇ 50 ਪੱਲੇ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਦੀ ਤਿਆਰੀ ਕਰਦੇ ਹਨ। ਚੋਲਾ ਪਹਿਨਦੇ ਹਨ, ਸੀਸ ਦੇ ਉੱਪਰ ਦਸਤਾਰ ਸਜਾਉਂਦੇ ਗੂੜੇ ਲਾਲ ਰੰਗ ਦੀ, ਉੱਪਰ ਕਲਗੀ ਜ਼ਿਗਾ ਆਦਿਕ ਸਜਾਈ ਜਾਂਦੀ ਹੈ। ਰਾਜਿਆਂ ਵਾਸਤੇ ਵਜ਼ੀਰ ਖਾਨ ਫਿਰ ਉਸ ਕਿਲੇ ਦਾ ਜਿਹੜਾ ਮਾਲਕ ਹੈ ਉਸ ਨੂੰ ਹੁਕਮ ਦਿੰਦਾ ਕਿ ਬਾਦਸ਼ਾਹ ਵੱਲੋਂ ਇਹ ਸੁਨੇਹਾ ਆਇਆ ਕਿ ਜਿਤਨੇ ਰਾਜੇ ਸਤਿਗੁਰੂ ਜੀ ਦਾ ਪੱਲਾ ਫੜ ਲੈਵਣਗੇ ਉਹ ਬਾਹਰ ਆਵਣਗੇ, ਤਾਂ ਇਹਨਾਂ ਦੀਆਂ ਜਿਹੜੀਆਂ ਬੇੜੀਆਂ ਹਨ ਉਹ ਕੱਟ ਦਿੱਤੀਆਂ ਜਾਵਨ। ਇਥੋਂ ਤੱਕ ਦਾ ਜਿਹੜਾ ਇਤਿਹਾਸ ਹੈ ਕੱਲ ਰੋਜ਼ ਤੱਕ ਆਪ ਸਭ ਸੰਗਤਾਂ ਸਰਵਣ ਕਰ ਆਏ ਹੋ ਜੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਧਿਆਨ ਗੁਰ ਚਰਨਾਂ ਦੇ ਵਿੱਚ ਜੋੜ ਕਰ ਆਉਣ ਵਾਲੇ ਇਤਿਹਾਸ ਨੂੰ ਸਰਵਣ ਕਰਕੇ ਹਿਰਦਿਆਂ ਦੇ ਵਿੱਚ ਵਸਾ ਕਰ ਆਪਣਾ ਜੀਵਨ ਸਫਲਾ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ ਚੌਪਈ। ਦੇਖ ਕਿਰਪਾ ਕਰ ਕਹਿਓ ਕਿਰਪਾਲ। ਜਦੋਂ ਸਾਰੇ ਦੇ ਸਾਰੇ ਰਾਜੇ ਸਤਿਗੁਰੂ ਜੀ ਦੇ ਕੋਲ ਆਉਂਦੇ ਹਨ, ਉਹਨਾਂ ਦੀਆਂ ਜੰਜੀਰਾਂ ਆਦਿਕ ਜਿਹੜੀਆਂ ਪਈਆਂ ਹੋਈਆਂ ਸਨ ਪੈਰਾਂ ਨੂੰ, ਬੜੇ ਹੀ ਪਾਟੇ ਪੁਰਾਣੇ ਉਹਨਾਂ ਦੇ ਕੱਪੜੇ ਸਨ ਮਾੜੇ ਹਾਲ ਦੇ ਵਿੱਚ, ਤਾਂ ਕਿਰਪਾਲੂ ਗੁਰੂ ਜੀ ਨੇ ਉਹਨਾਂ ਵੱਲ ਵੇਖ ਕਰ ਕਿਰਪਾ ਕੀਤੀ ਹੈ। ਇੱਕ ਦਾਮਨ ਗਹਿ ਇੱਕ ਮਹਿਪਾਲ। ਸਤਿਗੁਰੂ ਜੀ ਆਖਦੇ ਕਿ ਭਾਈ ਇੱਕ ਰਾਜਾ ਇੱਕ ਜਿਹੜਾ ਚੋਲੇ ਦਾ ਪੱਲਾ ਹੈ ਉਹ ਫੜ ਲਵੇ ਹੈ। ਉਤਲਾਵਤ ਜਬ ਪਕਰਨ ਧਾਏ। ਜਦੋਂ ਸਾਰੇ ਕਾਲੀ ਦੇ ਨਾਲ ਫੜਨ ਵਾਸਤੇ ਦੌੜੇ ਹਨ, ਸਨੇ ਸਨੇ ਦੇ ਧੀਰ ਗਹਾਏ। ਤਾਂ ਗੁਰੂ ਜੀ ਨੇ ਹੌਲੀ ਹੌਲੀ ਧੀਰਜ ਦੇ ਨਾਲ ਸਾਰਿਆਂ ਨੂੰ ਪੱਲੇ ਪਕੜਾ ਦਿੱਤੇ ਹਨ। ਜਾਮੇ ਕੇ 50 ਥੇ ਪਾਲੇ। ਕਵੀ ਜੀ ਲਿਖਦੇ ਕਿ ਉਹ ਚੋਲੇ ਦੇ 50 ਹੀ ਪੱਲੇ ਸਨ। ਗਾਹੇ 50 ਹੀ ਮਹਿ ਪਾਲੇ। ਜਿਨ੍ਹਾਂ 50 ਨੂੰ ਰਾਜਿਆਂ 50 ਨੇ ਫੜ ਲਿਆ ਹੈ। ਦੋ ਭੂਪਤ ਕੈਦੀ ਤਬ ਰਹੇ। ਤਦ ਦੋ ਕੈਦੀ ਰਾਜੇ ਜਿਹੜੇ ਹਨ ਉਹ ਪਿੱਛੇ ਰਹਿ ਜਾਂਦੇ ਹਨ। ਅਪਰ ਸਰਬ ਨੇ ਦਾਮਨ ਗਹੇ। ਹੋਰ ਸਾਰੇ ਰਾਜੇ ਨੇ ਜਿਹੜੇ ਦਾਮਨ ਪੱਲੇ ਹਨ ਉਹ ਫੜ ਲਏ ਹਨ। ਸੋ ਕਰ ਜੋਰ ਮਹਾ ਕਿਗਾਏ। ਉਹ ਰਾਜੇ ਹੱਥ ਜੋੜ ਕੇ ਬੜੀ ਹੀ ਘਗਿਆਈ ਆਵਾਜ਼ ਦੇ ਵਿੱਚ ਗੱਚ ਭਰੇ ਦੇ ਨਾਲ ਘਬਰਾਹਟ ਦੇ ਨਾਲ ਮਿੰਨਤਾਂ ਕਰਨ ਲੱਗਦੇ ਹਨ। ਹਮੋ ਨ ਤਿਆਗੇ ਜਾਹੋ ਇਥਾਏ। ਸਤਿਗੁਰੂ ਜੀ ਸਾਨੂੰ ਇਸ ਥਾਂ ਤੇ ਛੱਡ ਕੇ ਨਾ ਜਾਵੋ। ਨਿਕਟ ਹੋਤ ਕੋ ਹਟਕ ਸਿਪਾਹੀ। ਨੇੜੇ ਹੀ ਕੋਈ ਇੱਕ ਸਿਪਾਹੀ ਸੀ, ਉਸ ਨੇ ਰੋਕਦਿਆਂ ਹੋਇਆਂ ਆਖਿਆ ਹੈ, ਗਹੋ ਕਹਾ ਛੂਛੋ ਅਬ ਨਾਹੀ। ਕਿ ਹੁਣ ਕੀ ਪੱਲਾ ਫੜੋਗੇ? ਹੁਣ ਕੋਈ ਵੀ ਪੱਲਾ ਜਿਹੜਾ ਉਹ ਖਾਲੀ ਨਹੀਂ ਰਹਿ ਗਿਆ ਹੈ। ਜਾਮੇ ਕੇ 50 ਹੀ ਪਾਲੇ। ਚੋਲੇ ਦੇ 50 ਹੀ ਪੱਲੇ ਸਨ। ਗਹੇ 50 ਭਵਾਲ ਬਿਸਾਲੇ। ਜਿਨ੍ਹਾਂ ਨੂੰ 50 ਵੱਡੇ ਰਾਜਿਆਂ ਨੇ ਫੜ ਲਿਆ ਹੈ। ਅਦਕ ਭੀਰ ਗੁਰ ਕੇਰ ਸਮੀਪ। ਗੁਰੂ ਜੀ ਦੇ ਕੋਲ
ਬਹੁਤ ਵੱਡੀ ਭੀੜ ਇਕੱਠੀ ਹੋ ਗਈ ਹੈ। ਖਸ ਆਪਸ ਮੈਂ ਤੇਰੇ ਮਹੀਪ, ਸਾਰੇ ਰਾਜੇ ਆਪਸ ਦੇ ਵਿੱਚ ਖਹਿ ਕੇ ਜੁੜ ਕੇ ਖੜੇ ਹੋ ਗਏ ਹਨ। ਤੁਮਰੀ ਪ੍ਰਲਬਧ ਦੁਖ ਪਾਵਹੁ, ਆਖਦੇ ਹਨ ਉਹ ਸਿਪਾਹੀ ਉਹਨਾਂ ਦੋ ਰਾਜਿਆਂ ਨੂੰ ਕਿ ਤੁਹਾਡੀ ਕਿਸਮਤ ਕਿ ਤੁਸੀਂ ਅਜੇ ਹੋਰ ਦੁੱਖ ਸਹਿਣੇ ਹਨ। ਹਟੋ ਪਿਛਾਰੀ ਨਿਕਟ ਨਾ ਜਾਵਹੁ, ਤੁਸੀਂ ਪਿੱਛੇ ਹਟ ਜਾਵੋ, ਗੁਰੂ ਜੀ ਦੇ ਨੇੜੇ ਨਾ ਜਾਵੋ। ਦੋਨੋਂ ਨਿਰਪ ਤਬ ਊਚ ਪੁਕਾਰੇ, ਤਦ ਦੋਹਾਂ ਰਾਜਿਆਂ ਨੇ ਉੱਚੀ ਆਵਾਜ਼ ਦੇ ਵਿੱਚ ਪੁਕਾਰ ਕੀਤੀ ਹੈ। ਪ੍ਰਾਨ ਦਾਨ ਦੇਹੁ ਗੁਰੂ ਹਮਾਰੇ, ਸਤਿਗੁਰੂ ਜੀ ਸਾਨੂੰ ਵੀ ਜੀਵਨ ਦਾਨ ਦੇਵੋ। ਤੁਮਰੇ ਬਿਨ ਕੋ ਰਖਿਅਕ ਨਾਹੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਤੋਂ ਬਿਨਾ ਸਾਡੀ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ। ਆਨ ਛੁਟਾਏ ਕੈਦ ਜੇ ਮਾਹੀ, ਜੋ ਸਾਨੂੰ ਆਕਰ ਕੈਦ ਦੇ ਵਿੱਚੋਂ ਛੁਡਾ ਦੇਵੇਗਾ। ਹਮ ਅਨਾਥ ਕੇ ਤੁਮ ਹੋ ਨਾਥ, ਸਤਿਗੁਰੂ ਜੀ ਅਸੀਂ ਅਨਾਥ ਹਾਂ ਤੇ ਤੁਸੀਂ ਸਾਡੇ ਸਾਰਿਆਂ ਦੇ ਮਾਲਕ ਹੋ। ਕਿਰਪਾ ਕਰੋ ਲੀਜਾ ਨਿਜ ਸਾਥ, ਕਿਰਪਾ ਕਰਕੇ ਸਾਨੂੰ ਵੀ ਆਪਣੇ ਸਾਥ ਲੈ ਲਵੋ। ਦੇਖ ਕਿਰਪਾਲ ਦੀਨ ਦੁਖਿਆਰੇ, ਕਿਰਪਾਲੂ ਗੁਰੂ ਜੀ ਨੇ ਦੋਹਾਂ ਗਰੀਬ ਤੇ ਦੁਖੀ ਰਾਜਿਆਂ ਨੂੰ ਵੇਖਿਆ ਹੈ। ਸ਼੍ਰੀ ਮੁਖ ਤੇ ਕਹਿ ਊਚ ਹਕਾਰੇ, ਤੇ ਆਪਣੇ ਸ੍ਰੇਸ਼ਟ ਮੁਖ ਤੋਂ ਉੱਚੀ ਆਵਾਜ਼ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ। ਦੋਏ ਜਾਮੇ ਕੇ ਬੰਦ ਹਮਾਰੇ, ਸਾਡੇ ਚੋਲੇ ਦੀਆਂ ਦੋ ਤਣੀਆਂ ਵੀ ਹਨ। ਆਏ ਗਹੋ ਨਿਜ ਹਾਥ ਮਝਾਰੇ, ਆ ਕੇ ਇਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਫੜ ਲਵੋ। ਸੁਨਤ ਨਰਿੰਦ ਆਨੰਦ ਬਿਲੰਦੇ, ਇਹ ਸੁਣ ਕਰ ਰਾਜੇ ਬਹੁਤ ਖੁਸ਼ ਹੋਏ ਹਨ। ਆਏ ਦੁੰਦ ਦੌੜ ਗਹਿ ਬੰਦੇ, ਤੇ ਦੋਨੋਂ ਹੀ ਦੌੜ ਕੇ ਆਕਰ ਦੋਵੇਂ ਤਣੀਆਂ ਫੜ ਲੈਂਦੇ ਹਨ। ਕਰ ਸ਼ੂਸ਼ੋ ਸਭ ਬੰਦੀ ਖਾਨਾ, ਫਿਰ ਸਾਰਾ ਹੀ ਜਿਹੜਾ ਕੈਦਖਾਨਾ ਸੀ, ਬੰਦੀ ਖਾਨਾ ਸੀ, ਸਤਿਗੁਰੂ ਜੀ ਨੇ ਖਾਲੀ ਕਰਵਾ ਦਿੱਤਾ ਹੈ। ਸ਼੍ਰੀ ਗੁਰ ਚਾਹਤ ਭੇ ਪ੍ਰਸਥਾਨਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਥੋਂ ਚੱਲਣਾ ਚਾਹਿਆ ਹੈ। ਇਹ ਇੱਕ ਸਾਖੀ ਹੈ ਇਤਿਹਾਸ ਦੀ ਜੋ ਸਾਨੂੰ ਸਿੱਖਿਆ ਦਿੰਦੀ ਹੈ ਕਿ ਜਦੋਂ ਅਸੀਂ ਕਿਸੇ ਮੁਸੀਬਤ ਦੇ ਵਿੱਚ ਫਸੇ ਹੋਈਏ, ਜਿਵੇਂ ਉਹ 52 ਰਾਜੇ ਸੀ, 52 ਰਾਜੇ ਕੈਦ ਦੇ ਵਿੱਚ ਪਏ ਹੋਏ ਸਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੇ ਆਪ ਗਏ ਹਨ। ਤੇ ਜਦੋਂ ਉੱਥੋਂ ਆਉਣ ਲੱਗੇ ਤੇ ਨਾਲ ਉਹਨਾਂ 52 ਰਾਜਿਆਂ ਨੂੰ ਵੀ ਰਿਹਾ ਕਰਵਾ ਕੇ ਲੈ ਆਏ। ਚੋਲੇ ਦੀਆਂ ਜਿਹੜੀਆਂ ਕਲੀਆਂ ਸੀ ਉਹ 50 ਸਨ। ਰਾਜਿਆਂ ਨੇ ਜਲਦੀ ਕੀਤੀ, ਪਹਿਲਾਂ ਕਲੀ ਫੜ ਲਈਏ, ਪਹਿਲਾਂ ਕਲੀ ਫੜ ਲਈਏ। 50 ਰਾਜਿਆਂ ਨੇ 50 ਕਲੀਆਂ ਫੜ ਲਈਆਂ, 2 ਰਾਜੇ ਖਾਲੀ ਰਹਿ ਗਏ। ਫਿਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਤੇ ਸਤਿਗੁਰੂ ਜੀ ਨੇ ਆਖਿਆ ਕਿ ਅੱਗੇ ਆਵੋ। ਅਗਾਹਾਂ ਚੋਲੇ ਨੂੰ ਜਿਸ ਦੇ ਨਾਲ ਸਰੀਰ ਦੇ ਉੱਪਰ ਸਜਾਇਆ ਹੋਇਆ ਹੈ ਨਾ, ਉਹ ਚੋਲੇ ਦੀਆਂ 2 ਬੰਨਣ ਵਾਲੀਆਂ ਤਣੀਆਂ ਵੀ ਹਨ, ਤਾਂ ਉਹ ਵੀ 2 ਲੜ ਤੁਸੀਂ ਉਹਨਾਂ ਨੂੰ ਪਕੜ ਲਵੋ। ਤੇ ਇਸ ਪ੍ਰਕਾਰ ਸਤਿਗੁਰੂ ਜੀ ਨੇ ਸਾਰੇ ਦਾ ਸਾਰਾ ਜਿਹੜਾ ਕੈਦਖਾਨਾ ਸੀ, ਗਵਾਲੀਅਰ ਦਾ ਕਿਲਾ ਸੀ ਨਾ, ਉਸ ਨੂੰ ਖਾਲੀ ਕਰਵਾ ਦਿੱਤਾ। ਇਹ ਤਾਂ ਜੀ ਇੱਕ ਇਤਿਹਾਸ ਦੀ ਸਾਖੀ ਹੈ। ਸਿੱਖਿਆ ਸਾਨੂੰ ਇਹ ਪ੍ਰਾਪਤ ਹੁੰਦੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਕਿ ਅਸੀਂ ਮੁਸੀਬਤਾਂ ਦੇ ਕਿਲੇ ਦੇ ਵਿੱਚ ਜੇਕਰ ਕੈਦ ਹੋਈਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਤਾਂ ਮਾਲਕ ਜੀ ਕਿਰਪਾ ਕਰਕੇ ਫਿਰ ਆਪਣੇ ਪੱਲੇ ਦੇ ਨਾਲ ਜੋੜ ਕਰ ਉਸ ਕੈਦਖਾਨੇ ਦੇ ਵਿੱਚੋਂ ਸਾਨੂੰ ਬਾਹਰ ਕੱਢ ਦਿੰਦੇ ਹਨ। ਤੇ ਕਈ ਵਾਰ ਵੇਖਣ ਦੇ ਵਿੱਚ ਇਹ ਵੀ ਆਉਂਦਾ ਕਿ ਲੋਕ ਸੋਚਦੇ ਕਿ ਹੁਣ ਤਾਂ ਸਾਰੇ ਜਿਹੜੇ ਰਸਤੇ ਹਨ ਉਹ ਬੰਦ ਹੋ ਗਏ, ਹੁਣ ਪੱਲਾ ਕੋਈ ਨਹੀਂ ਰਹਿ ਗਿਆ। ਇਹ ਰਹਿ ਗਏ ਹਨ ਖਾਲੀ, ਰਹਿ ਗਏ ਸ਼ੂਸ਼ੇ, ਕਿਉਂਕਿ ਜਿਹੜੇ ਤਾਕਤਵਰ ਸੀ ਉਹਨਾਂ ਨੇ ਪਹਿਲਾਂ ਬੜਾ ਕੁਝ ਪ੍ਰਾਪਤ ਕਰ ਲਿਆ। ਤਾਂ ਜਿਹੜੇ ਖਾਲੀ ਰਹਿ ਗਏ ਹਨ, ਜਿਨ੍ਹਾਂ ਨੂੰ ਲੋਕ ਕਹਿੰਦੇ ਹਨ ਕਿ ਤੁਹਾਡੇ ਕੋਲ ਕੁਝ ਵੀ ਨਹੀਂ, ਤੁਸੀਂ ਪਿਛਾਂਹ ਰਹਿ ਗਏ। ਤੇ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਨਾ, ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਕੋਲ ਬੁਲਾਉਂਦੇ ਹਨ। ਚੋਲੇ ਨੂੰ ਤਣੀਆਂ ਦੇ ਨਾਲ ਬੰਨਿਆ ਜਾਂਦਾ, ਜਿਵੇਂ ਅੱਜ ਅਸੀਂ ਆਪਣੇ ਚੋਲੇ ਨੂੰ, ਸੂਟ ਆਦਿਕ ਨੂੰ, ਜਿਹੜੀ ਕਮੀਜ਼ ਆਦਿਕ ਜਾਂ ਜਿਹੜੇ ਵਸਤਰ ਪਹਿਨਦੇ ਹਾਂ ਉਹਨਾਂ ਨੂੰ ਬਟਨ ਲੱਗੇ ਹੁੰਦੇ ਹਨ।
ਇੱਕ ਇਸੇ ਹੀ ਰੂਪ ਦੇ ਵਿੱਚ ਜਿਹੜਾ ਪਹਿਨਿਆ ਜਾਣ ਵਾਲਾ ਚੋਲਾ ਹੈ ਨਾ, ਜਿਸ ਨੂੰ ਐਚਕਨ ਵੀ ਕਹਿੰਦੇ ਹਨ, ਉਸ ਦੇ ਅੰਦਰ ਤਣੀਆਂ ਵੀ ਲੱਗੀਆਂ ਹੁੰਦੀਆਂ ਹਨ। ਸਿੰਘ ਸਾਹਿਬਾਨ ਜੀ ਜੋ ਉੱਪਰੋਂ ਦੀ ਚੋਲਾ ਪਾਉਂਦੇ, ਉਸ ਨੂੰ ਬਟਨ ਨਹੀਂ ਹੁੰਦੇ, ਤਣੀਆਂ ਹੁੰਦੀਆਂ ਹਨ। ਤਾਂ ਇੱਕ ਖਾਸ ਚੋਲਾ ਜਿਹੜਾ ਬਿਲਕੁਲ ਸੈਂਟਰ ਤੋਂ ਪੇਟ ਤੋਂ ਵੱਜਦਾ ਸੀ ਆਕਰ, ਉਸ ਨੂੰ ਇੱਕ ਉਧਰ ਤਣੀ ਪੱਲੇ ਦੇ ਨਾਲ ਤੇ ਇੱਕ ਉਸ ਪਾਸੇ ਤਣੀ ਲੱਗੀ ਹੁੰਦੀ ਸੀ, ਤੇ ਆਪਸ ਦੇ ਵਿੱਚ ਦੋਹਾਂ ਤਣੀਆਂ ਨੂੰ ਗੰਢ ਦੇ ਕਰ ਰੱਖਿਆ ਜਾਂਦਾ ਸੀ। ਤਾਂ ਉਹ ਦੋ ਕੰਨੀਆਂ ਬਚ ਗਈਆਂ। ਸਤਿਗੁਰੂ ਜੀ ਨੇ ਆਖਿਆ ਤੁਸੀਂ ਅੱਗੇ ਆ ਜਾਵੋ ਤੇ ਆਕਰ ਇਹ ਜਿਹੜੀਆਂ ਦੋ ਤਣੀਆਂ ਹਨ ਉਹ ਪਕੜ ਲਵੋ। ਹੁਣ ਖਿਆਲ ਕਰਿਓ, ਜਿਨ੍ਹਾਂ ਨੇ ਕਾਹਲੀ ਕੀਤੀ, ਜਿਨ੍ਹਾਂ ਨੇ ਆਖਿਆ ਸੀ ਪਹਿਲਾਂ ਪੱਲਾ ਫੜ ਲਿਆ, ਉਹ ਤਾਂ ਸਤਿਗੁਰੂ ਜੀ ਦੇ ਪਿੱਛੇ ਰਹਿ ਗਏ। ਪਰ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪ ਆਵਾਜ਼ ਮਾਰੀ ਤੇ ਜਿਨ੍ਹਾਂ ਵਾਸਤੇ ਲੋਕ ਕਹਿ ਰਹੇ ਸੀ ਕਿ ਖਾਲੀ ਰਹਿ ਗਏ, ਹੁਣ ਇਹ ਕੈਦ ਦੇ ਵਿੱਚੋਂ ਅਜੇ ਬਾਹਰ ਨਹੀਂ ਨਿਕਲ ਸਕਦੇ ਹਨ, ਉਹ ਸਤਿਗੁਰੂ ਜੀ ਦੇ ਸਨਮੁਖ ਆ ਗਏ ਤੇ ਛਾਤੀ ਦੇ ਕੋਲ ਜਿਹੜੀਆਂ ਤਣੀਆਂ ਸਨ ਉਹਨਾਂ ਨੂੰ ਪਕੜ ਕਰ ਸਤਿਗੁਰੂ ਜੀ ਦੇ ਸਨਮੁਖ ਹੋ ਕਰ ਸਤਿਗੁਰੂ ਜੀ ਦੇ ਸੀਨੇ ਦੇ ਨਾਲ ਲੱਗਦੇ ਹਨ। ਸੋ ਜੇਕਰ ਸਮਾਜ ਇਹ ਆਖਦਾ ਹੋਵੇ ਨਾ ਕਿ ਭਾਈ ਇਹ ਲੋਕ ਖਾਲੀ ਰਹਿ ਗਏ, ਗੁਰੂ ਨੇ ਕਿਰਪਾ ਕੀਤੀ ਫਿਰ ਵੀ ਕੁਝ ਨਹੀਂ ਪ੍ਰਾਪਤ ਹੋਇਆ, ਤੇ ਜਦੋਂ ਮਾਲਕ ਜੀ ਕਿਰਪਾ ਕਰਦੇ ਹਨ, ਰਹਿਮਤਾਂ ਕਰਦੇ, ਤੇ ਫਿਰ ਆਪਣੇ ਸਨਮੁਖ ਲਿਆ ਕਰ ਆਪਣੀ ਛਾਤੀ ਦੇ ਨਾਲ ਲਾਉਂਦੇ ਹਨ ਤੇ ਸਨਮੁਖ ਜਿਹੜੀਆਂ ਤਣੀਆਂ ਉਹ ਪਕੜਾ ਕਰ ਦੂਜਿਆਂ ਤੋਂ ਪਹਿਲਾਂ ਕਿਲੇ ਦੇ ਵਿੱਚੋਂ ਬਾਹਰ ਕੱਢਦੇ ਹਨ। ਹੁਣ ਵੇਖੀਏ ਨਾ ਕਿ ਉਹ ਸਤਿਗੁਰੂ ਜੀ ਦੇ ਨਾਲ ਤੁਰ ਰਹੇ ਹਨ, ਤੇ ਜਦੋਂ ਕਿਲੇ ਦਾ ਦਰਵਾਜ਼ਾ ਜਿਹੜਾ ਸੀ ਮੁੱਖ ਦੁਆਰ ਪਾਰ ਕੀਤਾ ਹੋਵੇਗਾ ਤੇ ਉਹ ਸਤਿਗੁਰੂ ਜੀ ਦੇ ਨਾਲ ਹੀ ਕਿਲੇ ਦੇ ਵਿੱਚੋਂ ਬਾਹਰ ਆਏ, ਤੇ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਭੱਜ ਭੱਜ ਕੇ ਕਲੀਆਂ ਫੜੀਆਂ ਸੀ ਨਾ, ਉਹ ਤਾਂ ਮਗਰੋਂ ਆ ਗਏ ਹਨ। ਕੈਦ ਦੇ ਵਿੱਚੋਂ ਫਿਰ ਬਾਹਰ ਕੌਣ ਆਏ? ਜਿਨ੍ਹਾਂ ਨੂੰ ਲੋਕ ਪਿੱਛੇ ਛੱਡ ਆਏ ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਕੋਲ ਬੁਲਾ ਕੇ ਆਖਿਆ ਕਿ ਆਵੋ, ਤੁਸੀਂ ਅੱਗੇ ਆਵੋ, ਉਹ ਕੈਦ ਦੇ ਵਿੱਚੋਂ ਪਹਿਲਾਂ ਬਾਹਰ ਆ ਗਏ। ਮਾਲਕ ਜੀ ਜਦੋਂ ਰਹਿਮਤ ਕਰਦੇ ਹਨ ਤਾਂ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਅੱਗੇ ਕਰਨ ਦਾ ਢੰਗ ਵੀ ਸਤਿਗੁਰੂ ਜੀ ਜਾਣਦੇ, ਤੇ ਜਿਹੜੇ ਕਾਹਲੀ ਕਰਦੇ ਹਨ ਉਹਨਾਂ ਨੂੰ ਪਛਾਣ ਕਿਵੇਂ ਰੱਖਣਾ ਇਹ ਵੀ ਸਤਿਗੁਰੂ ਜੀ ਜਾਣਦੇ। ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪੱਲੇ ਦੇ ਨਾਲ ਲੱਗ ਕੇ ਮੁਸੀਬਤਾਂ ਦੇ ਵਿੱਚ ਫਸਿਆ ਮਨੁੱਖ ਜਦੋਂ ਅਰਦਾਸ ਕਰਦਾ ਤੇ ਫਿਰ ਉਸ ਕਿਲੇ ਦੇ ਵਿੱਚੋਂ ਮੁਸੀਬਤਾਂ ਦੇ ਵਿੱਚੋਂ ਬਾਹਰ ਨਿਕਲ ਆਉਂਦਾ। ਕਵੀ ਜੀ ਨੇ ਇੱਥੇ ਦੱਸਣਾ ਕੀਤਾ ਹੈ ਜੀ ਕਿ ਸਾਰੇ ਦਾ ਸਾਰਾ ਜਿਹੜਾ ਕੈਦਖਾਨਾ ਸੀ, ਗਵਾਲੀਅਰ ਦਾ ਜਿਹੜਾ ਕਿਲਾ ਸੀ, ਉਹ ਸਤਿਗੁਰੂ ਜੀ ਨੇ ਖਾਲੀ ਕਰਵਾ ਦਿੱਤਾ। ਲੋਕਾਂ ਤੱਕ ਇਹ ਜਿਹੜੀ ਖਬਰ ਪਹੁੰਚੀ ਹੈ, ਸ਼੍ਰੀ ਗੁਰ ਚਾਹਤ ਭੇ ਪ੍ਰਸਥਾਨਾ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਥੋਂ ਚੱਲਣਾ ਚਾਹਿਆ ਹੈ। ਜਹ ਕੈ ਸੁਧ ਲੋਕਨ ਸੁਨ ਪਾਈ, ਜਿੱਥੇ ਕਿੱਥੇ ਲੋਕਾਂ ਨੇ ਜਦੋਂ ਇਹ ਖਬਰ ਸੁਣੀ ਹੈ, ਹਿਤ ਦੇਖਨ ਕੇ ਆਵਤ ਧਾਈ, ਤਾਂ ਉਹ ਸਾਰੇ ਵੇਖਣ ਵਾਸਤੇ ਦੌੜੇ ਆਏ ਹਨ। ਸ਼੍ਰੀ ਗੁਰ ਸੰਗ ਸਕਲ ਮਹਿ ਪਾਲਾ, ਕਿ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਾਰੇ ਹੀ ਜੋ ਰਾਜੇ ਹਨ, ਨਿਕਸਤ ਦੁਰਗ ਗਹੇ ਸਭ ਪਾਲਾ, ਤਾਂ ਉਹਨਾਂ ਨੇ ਸਤਿਗੁਰੂ ਜੀ ਦਾ ਪੱਲਾ ਪਕੜਿਆ ਹੈ ਤੇ ਪੱਲਾ ਫੜ ਕੇ ਕਿਲੇ ਦੇ ਵਿੱਚੋਂ ਬਾਹਰ ਆ ਗਏ ਹਨ। ਧੰਨ ਧੰਨ ਗੁਰ ਬੜ ਉਪਕਾਰੀ, ਸਮੁੱਚੀਆਂ ਸੰਗਤਾਂ ਆਖਰੀਆਂ ਸਨ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਧੰਨ ਹਨ, ਧੰਨ ਹਨ ਜੋ ਵੱਡੇ ਉਪਕਾਰ ਕਰਨ ਵਾਲੇ ਹਨ। ਕਿਉ ਨਾ ਗਹਿ ਨਰ ਸ਼ਰਨ ਤੁਮਾਰੀ, ਤੇ ਫਿਰ ਕਿਉਂ ਨਾ ਕੋਈ ਸਤਿਗੁਰੂ ਜੀ ਤੁਹਾਡੀ ਸ਼ਰਨ ਦੇ ਵਿੱਚ ਆਵੇ, ਤੁਸੀਂ ਸਾਰਿਆਂ ਦੀ ਬੰਦ ਖਲਾਸੀ ਕਰਨ ਵਾਲੇ ਹੋ। ਜੀਵਤ ਮ੍ਰਿਤਕ ਸਦਾ ਰਖਵਾਰੇ, ਜੋ ਜਿਉਂਦਿਆਂ ਨੂੰ ਭਾਵੇਂ ਇਸ ਲੋਕ ਦੇ ਵਿੱਚ ਤੇ ਮ੍ਰਿਤਕ ਭਾਵ ਮੌਤ ਤੋਂ ਉਪਰੰਤ ਪਰਲੋਕ ਦੇ ਵਿੱਚ ਵੀ ਸਦਾ ਰਖਵਾਲੇ ਹਨ। ਦੇਤ ਆਨੰਦ ਕਸ਼ਟ ਨਿਰਵਾਰੇ, ਉਹ ਕਸ਼ਟ ਦੂਰ ਕਰਦੇ ਹਨ ਆਪਣੇ ਸੇਵਕਾਂ ਦੇ।
ਤੇ ਆਪਣੇ ਸੇਵਕਾਂ ਨੂੰ ਆਨੰਦ ਬਖਸ਼ਿਸ਼ ਕਰਦੇ ਹਨ। ਆਵਤ ਦੇਖਨ ਨਰ ਗਨ ਦੌਰ, ਬਹੁਤ ਸਾਰੇ ਲੋਕ ਦੌੜ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਰਹੇ ਸਨ। ਸਨੇ ਸਨੇ ਗੁਰ ਨਿਕਸੇ ਪੌਰ, ਗੁਰੂ ਜੀ ਹੌਲੀ ਹੌਲੀ ਡਿਉੜੀ ਦੇ ਵਿੱਚੋਂ ਬਾਹਰ ਨਿਕਲ ਆਏ ਹਨ। ਹਾਥ ਬੰਦ ਸਭ ਬੰਧਨ ਠਾਨ, ਤਾਂ ਹੱਥ ਜੋੜ ਕੇ ਸਾਰਿਆਂ ਨੇ ਨਮਸਕਾਰ ਕੀਤੀ ਹੈ। ਮਾਨਵ ਗੁਨੈ ਜੋ ਮਨ ਅਨੁਮਾਨ, ਲੋਕ ਆਪਣੇ ਮਨ ਦੇ ਵਿੱਚ ਗੁਰੂ ਜੀ ਦੇ ਗੁਣਾਂ ਦਾ ਅਨੁਮਾਨ ਲਗਾਉਣ ਲੱਗਦੇ ਹਨ। ਜਿਵੇਂ ਵਿਚਾਰਾਂ ਚੱਲਦੀਆਂ ਹੋਵਨ ਤੇ ਫਿਰ ਉਦਾਹਰਨਾਂ ਵੀ ਦਿੱਤੀਆਂ ਜਾਂਦੀਆਂ ਕਿ ਇਹ ਜਿਹੜਾ ਕੰਮ ਹੋਇਆ ਨਾ ਫਲਾਣੇ ਸਮੇਂ ਦੇ ਵਿੱਚ, ਫਲਾਣੇ ਯੁੱਗ ਦੇ ਵਿੱਚ, ਫਲਾਣੇ ਅਵਤਾਰੀ ਪੁਰਸ਼ ਨੇ, ਫਲਾਣੇ ਰਾਜੇ ਨੇ ਕੀਤਾ ਸੀ। ਇਹ ਜਿਹੜਾ ਕਾਰਜ ਹੋਇਆ ਬੜਾ ਵੱਡਾ ਹੀ ਕਾਰਜ। ਸੋ ਇਸੇ ਪ੍ਰਕਾਰ ਜਿਹੜੇ ਲੋਕ ਹਨ ਉਹ ਸਤਿਗੁਰੂ ਜੀ ਦੇ ਗੁਣਾਂ ਦਾ ਵਖਿਆਨ ਕਰਦੇ ਪਏ ਜਾਂ ਅੰਦਾਜ਼ਾ ਲਗਾਉਂਦੇ ਹਨ। ਕਬਿਤ ਸੰਕਟ ਨਰਕ ਕੋ ਬਿਕਟ ਜੇ ਬਿਰਲਾਪ ਜੈਸੇ, ਨਿਕਸੇ ਨਿਸੰਗ ਸਨ ਸੰਗ ਜਨਕ ਨਰਿੰਦ ਕੇ। ਲੋਕ ਵਿਚਾਰਾਂ ਕਰਦੇ ਪਏ ਤੇ ਕਵੀ ਜੀ ਨੇ ਕਵਿਤਾਂ ਦੇ ਵਿੱਚ ਫਿਰ ਉਸ ਨੂੰ ਵਰਣਨ ਕੀਤਾ ਹੈ। ਉਦਾਹਰਨ ਸਾਂਝੀ ਕੀਤੀ ਕਿ ਜਿਵੇਂ ਬੜੇ ਹੀ ਲੋਕ ਨਰਕ ਦੇ ਵਿੱਚ ਪਏ ਸੀ ਤੇ ਨਰਕ ਦੇ ਸੰਕਟਾਂ ਦਾ ਕਰਕੇ ਉਹ ਵਿਰਲਾਪ ਕਰਦੇ ਪਏ ਸਨ। ਤਾਂ ਜਦੋਂ ਵੇਖਿਆ ਹੈ ਰਾਜੇ ਜਨਕ ਨੇ ਪੁੱਛਿਆ ਕਿ ਭਾਈ ਇਹਨਾਂ ਦੀ ਬੰਦ ਖਲਾਸੀ ਕਿਵੇਂ ਹੋ ਸਕਦੀ, ਤੇ ਆਖਿਆ ਕਿ ਕੋਈ ਇੱਕ ਘੜੀ ਦਾ ਨਾਮ ਇੱਕ ਪਾਸੇ ਪਾ ਦਿੱਤਾ ਜਾਵੇ ਪਲੜੇ ਦੇ ਵਿੱਚ, ਤੇ ਦੂਜੇ ਪਾਸੇ ਇਹ ਸਾਰੇ ਨਰਕ ਦੇ ਜਿਹੜੇ ਨਿਵਾਸੀ ਹਨ ਭਾਵ ਇਹਨਾਂ ਦੇ ਕਸ਼ਟ ਪਾਈ ਜਾਵਨ, ਤਾਂ ਉਹ ਫਿਰ ਬਾਹਰ ਨਿਕਲ ਸਕਦੇ। ਤਾਂ ਇੱਕ ਘੜੀ ਦੇ ਨਾਮ ਦੇ ਬਦਲੇ ਰਾਜੇ ਜਨਕ ਨੇ ਫਿਰ ਸਾਰੇ ਦੇ ਸਾਰੇ ਜਿਹੜੇ ਨਰਕ ਸੀ ਉਹ ਖਾਲੀ ਕਰ ਦਿੱਤੇ ਸਨ। ਇਸੇ ਹੀ ਪ੍ਰਕਾਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ, ਆਪਣੇ ਪੱਲੇ ਦੇ ਨਾਲ ਲਗਾ ਕਰ ਫਿਰ ਜਿਹੜੇ 52 ਰਾਜੇ ਸੀ ਉਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਲਿਆਂਦੇ ਹਨ। ਕਿਆਦੋ ਉੱਡ ਬ੍ਰਿੰਦ ਕਰ ਓਜ ਕੋ ਬਿਲੰਦ, ਰਾਹੋ ਰੋਕੇ ਛੁੱਟ ਚਲੇ ਸਾਤ ਪੂਰਨ ਸੋ ਚੰਦ ਕੇ। ਕਵੀ ਜੀ ਨੇ ਇੱਕ ਹੋਰ ਉਦਾਹਰਨ ਸਾਂਝੀ ਕੀਤੀ ਕਿ ਜਾਂ ਰਾਹੂ ਕੇਤੂ ਗ੍ਰਹਾਂ ਦੇ ਜ਼ੋਰ ਦੇ ਨਾਲ ਰੋਕੇ ਹੋਏ ਸਮੂਹ ਤਾਰੇ ਸੰਪੂਰਨ ਚੰਦਰਮਾ ਦੇ ਚੜ੍ਹਨ ਦੇ ਨਾਲ ਫਿਰ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹਨ। ਕਿਆਦੋ ਘੇਰ ਆਨੀ ਨਾਰ ਸੁੰਦਰ ਮਹਾਨੀ, ਦੇਤ ਹਾਨੀ ਕਰ ਲੀਨ ਪਾਛੇ ਗਮਨੀ ਗੋਬਿੰਦ ਕੇ। ਇੱਕ ਹੋਰ ਉਦਾਹਰਨ ਕਵੀ ਜੀ ਨੇ ਸਾਂਝੀ ਕੀਤੀ ਕਿ ਜਾਂ ਬਹੁਤ ਹੀ ਸੁੰਦਰ ਨਾਰੀਆਂ ਭਿਆਨਕ ਦੈਂਤ ਨੇ ਜੋ ਘੇਰ ਕੇ ਲਿਆਂਦੀਆਂ ਸਨ, ਉਸ ਨੂੰ ਕ੍ਰਿਸ਼ਨ ਦੁਆਰਾ ਮਾਰ ਕੇ ਉਸ ਦੈਂਤ ਨੂੰ ਤੇ ਉਹ ਸਾਰੀਆਂ ਜਿਹੜੀਆਂ ਸੀ ਛੁਡਾਈਆਂ ਸਨ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਪਿੱਛੇ ਪਿੱਛੇ ਚੱਲ ਪਈਆਂ ਸਨ। ਤਿਨ ਕੇ ਮਨਿੰਦ ਆਜ ਸ਼ੋਭਤ ਮੁਕੰਦ, ਮਹਾ ਨਿਕਸੇ ਨਿਰੰਦ ਸੰਗ ਸ਼੍ਰੀ ਹਰਿ ਗੋਬਿੰਦ ਕੇ। ਉਹਨਾਂ ਦੇ ਵਾਂਗ ਹੀ ਅੱਜ ਸੋਭ ਰਹੇ ਮਹਾਨ ਮੁਕਤੀ ਦਾਤਾ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਾਰੇ ਰਾਜੇ ਕਿਲੇ ਦੇ ਵਿੱਚੋਂ ਬਾਹਰ ਨਿਕਲ ਪਏ ਹਨ। ਕਬਿਤ ਕਿਆਦੋ ਜਰਾ ਸਿੰਧ ਨੇ ਨਰਿੰਦ ਬ੍ਰਿੰਦ, ਕੈਦ ਕਰੇ ਗਮਨੇ ਅਰਿੰਦ ਸੋ ਗੋਬਿੰਦ ਨੇ ਛੁਡਾਏ ਦੀਨ। ਦੂਸਰੇ ਕਵਿਤ ਦੇ ਵਿੱਚ ਕਵੀ ਜੀ ਨੇ ਕੁਝ ਉਦਾਹਰਨਾਂ ਸਾਂਝੀਆਂ ਕੀਤੀਆਂ। ਆਖਦੇ ਕਿ ਜਾਂ ਜਿਵੇਂ ਜਰਾਸਿੰਧ ਬਹੁਤ ਸਾਰੇ ਰਾਜੇ ਕੈਦ ਕਰਕੇ ਜਾ ਰਿਹਾ ਹੋਵੇ ਤੇ ਉਹਨਾਂ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਛੁਡਾ ਦਿੱਤਾ ਸੀ। ਕਿਆਦੋ ਰਾਖ ਸ਼ਿੰਦਰ ਗਹਿ ਇੰਦਰ ਕੇ ਸਮੇਤ ਸੁਰ, ਰਾਮਚੰਦ ਜਾਏ ਗੜ ਲੰਕ ਨਿਕ ਸਾਏ ਦੀਨ। ਇੱਕ ਹੋਰ ਉਦਾਹਰਨ ਸਾਂਝੀ ਕੀਤੀ ਕਿ ਜਾਂ ਰਾਖਸ਼ਾਂ ਦਾ ਜੋ ਰਾਜਾ ਸੀ ਰਾਵਣ, ਉਸ ਨੇ ਇੰਦਰ ਸਮੇਤ ਸਾਰੇ ਦੇਵਤਿਆਂ ਨੂੰ ਫੜ ਲਿਆ ਸੀ। ਤਾਂ ਸ਼੍ਰੀ ਰਾਮਚੰਦਰ ਜੀ ਨੇ ਜਾ ਕਰ ਲੰਕਾ ਦੇ ਕਿਲੇ ਦੇ ਵਿੱਚੋਂ ਉਹ ਸਾਰੇ ਛੁਡਾ ਦਿੱਤੇ ਸਨ। ਬਲੀ ਜਿਉ ਪਾਰਸਨਾਥ ਰੋਕੇ ਨਰਨਾਥ, ਜੀਤ ਮਿਲ ਕੈ ਮਛਿੰਦਰਨਾਥ ਸਮ ਮੁਕਤਾਏ ਦੀਨ। ਤੀਸਰੀ ਉਦਾਹਰਨ ਕਵੀ ਜੀ ਸਾਂਝੀ ਕਰਦੇ ਜਿਵੇਂ ਮਹਾਬਲੀ ਪਾਰਸਨਾਥ ਨੇ ਰਾਜੇ ਜਿੱਤ ਕੇ ਕੈਦ ਕਰ ਲਏ ਸਨ
ਤੇ ਮਸ਼ਿੰਦਰ ਨਾਥ ਨੇ ਮਿਲ ਕਰ ਸਾਰੇ ਮੁਕਤ ਕਰਵਾ ਦਿੱਤੇ ਸਨ। ਸ਼੍ਰੀ ਹਰਿ ਗੋਬਿੰਦ ਆਜ ਤਿਨਹੁ ਕੇ ਮਨਿੰਦ ਕੀਨ, ਸੰਗ ਲੈ ਮਹਿੰਦਰਨ ਕੋ ਦੁਖ ਤੇ ਬਚਾਏ ਦੀਨ। ਅੱਜ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਵਾਂਗ ਹੀ ਕਾਰਜ ਕੀਤਾ ਤੇ ਸਾਰੇ ਰਾਜਿਆਂ ਨੂੰ ਨਾਲ ਲੈ ਕਰ ਉਹਨਾਂ ਨੂੰ ਫਿਰ ਦੁੱਖਾਂ ਤੋਂ ਬਚਾ ਲਿਆ, ਦੁੱਖਾਂ ਦੇ ਵਿੱਚੋਂ ਛੁਡਾ ਲਿਆ ਹੈ। ਸਵਈਆ ਜੂਕ ਪਰੀ ਬਹੁ ਬਾਰ ਬਦੇ, ਸਿਰ ਰੂਖੇ ਬੜੇ ਨਾ ਲਹੀ ਚਿਕਨਾਈ। ਹੁਣ ਜਿਹੜੇ ਰਾਜੇ ਸੀ ਉਹਨਾਂ ਦੀ ਹਾਲਤ ਕਿਸ ਪ੍ਰਕਾਰ ਦੀ ਸੀ? ਕਿਉਂਕਿ ਕੈਦ ਕੀਤੇ ਹੋਏ ਸਨ, ਕੋਈ ਵੀ ਉਹਨਾਂ ਨੂੰ ਵੱਖਰੇ ਰੂਪ ਦੇ ਵਿੱਚ ਪਦਾਰਥ ਜਾਂ ਸਫਾਈ ਆਦਿਕ ਵਾਸਤੇ ਕੋਈ ਵੀ ਉਹਨਾਂ ਦਾ ਖਿਆਲ ਨਹੀਂ ਸੀ ਰੱਖਿਆ ਜਾ ਰਿਹਾ। ਤਾਂ ਕਵੀ ਜੀ ਲਿਖਦੇ ਹਨ ਕਿ ਇਸ ਪ੍ਰਕਾਰ ਦਾ ਉਹਨਾਂ ਦਾ ਰਾਜਿਆਂ ਦਾ ਜੀਵਨ ਹੋ ਚੁੱਕਾ ਸੀ ਕਿ ਰਾਜਿਆਂ ਦੇ ਸਿਰ ਦੇ ਵਿੱਚ ਸਰੀਰ ਦੇ ਉੱਪਰ ਜੂਆਂ ਪਈਆਂ ਹੋਈਆਂ ਸੀ, ਵਾਲ ਜਿਹੜੇ ਬੜੇ ਹੀ ਵਧੇ ਹੋਏ ਸਨ ਤੇ ਸਿਰ ਜਿਹੜੇ ਬੜੇ ਖੁਸ਼ਕ, ਜਿਨ੍ਹਾਂ ਨੂੰ ਲਾਉਣ ਲਈ ਤੇਲ ਵੀ ਪ੍ਰਾਪਤ ਨਹੀਂ ਹੋਇਆ ਸੀ। ਜੀਰਨ ਚੀਰ ਮਲੀਨ ਫਟੇ, ਤਨ ਸਾਧਨ ਪੇ ਨ ਹੋਏ ਸਬਾਈ। ਜਿਨ੍ਹਾਂ ਦੇ ਪੁਰਾਣੇ ਮੈਲੇ ਤੇ ਫਟੇ ਹੋਏ ਕੱਪੜੇ ਪਹਿਨੇ ਹੋਏ ਸੀ ਸਰੀਰਾਂ ਦੇ ਉੱਪਰ, ਤੇ ਕਵੀ ਜੀ ਲਿਖਦੇ ਹਨ ਕਿ ਜਿਨ੍ਹਾਂ ਦੇ ਨਾਲ ਸਾਰਾ ਜਿਹੜਾ ਸਰੀਰ ਸੀ ਨਾ ਉਹ ਵੀ ਢਕਿਆ ਨਹੀਂ ਜਾਂਦਾ ਸੀ। ਬੰਧਨ ਭਾਰ ਤਰੇ ਬਹੁ ਪਾਏ, ਨ ਮੰਦ ਹੀ ਮੰਦ ਚੱਲਿਓ ਜਨ ਜਾਈ। ਤਾਂ ਹੁਣ ਰਾਜੇ ਕੈਦੀ ਸਨ ਤਾਂ ਉਹਨਾਂ ਦੇ ਪੈਰਾਂ ਦੇ ਵਿੱਚ ਬੜੀਆਂ ਹੀ ਵੱਡੀਆਂ ਵੱਡੀਆਂ ਜੰਜੀਰਾਂ ਪਈਆਂ ਹੋਈਆਂ ਸੀ, ਜਿਸ ਕਾਰਨ ਕਰਕੇ ਉਹਨਾਂ ਦੇ ਕੋਲੋਂ ਤੁਰਿਆ ਵੀ ਨਹੀਂ ਸੀ ਜਾਂਦਾ ਤੇ ਉਹ ਹੌਲੀ ਹੌਲੀ ਅਗਾਹ ਨੂੰ ਤੁਰਦੇ ਹਨ। ਸ਼੍ਰੀ ਹਰਿ ਗੋਬਿੰਦ ਧੀਰ ਬਿਨਾ ਕਹੁ ਕੌਣ ਕਰੈ, ਦੁਖ ਤੇ ਛੁਟਕਾਈ। ਕਵੀ ਜੀ ਲਿਖਦੇ ਹਨ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੋਂ ਬਿਨਾ ਦੱਸੋ ਹੋਰ ਕੌਣ ਹੋ ਸਕਦਾ ਜਿਹੜਾ ਇਹਨਾਂ ਨੂੰ ਇਸ ਪ੍ਰਕਾਰ ਦੁੱਖਾਂ ਤੋਂ ਛੁਟਕਾਰਾ ਦਵਾ ਸਕਦਾ ਹੋਵੇ। ਸਵਈਆ ਦੇਸ਼ ਵਿਸ਼ੇਸ਼ ਕੋ ਰਾਜ ਖੁਸਿਓ, ਸੁਤ ਭਾਰਜਾ ਆਦ ਹਿਤੋ ਨਹਿ ਪਾਸੀ। ਉਹ ਰਾਜਿਆਂ ਦੀ ਹਾਲਤ ਇਸ ਪ੍ਰਕਾਰ ਦੀ ਸੀ ਕਿ ਜਿਨ੍ਹਾਂ ਰਾਜਿਆਂ ਦੇ ਦੇਸ਼ ਸੀ, ਦੇਸ਼ਾਂ ਦੇ ਵਿੱਚੋਂ ਉਹਨਾਂ ਨੂੰ ਬਾਹਰ ਲੈ ਜਾਂਦਾ ਸੀ, ਉਹਨਾਂ ਦੇ ਦੇਸ਼ ਖੁੱਸ ਗਏ ਸੀ ਕਿਉਂਕਿ ਉਹ ਕੈਦੀ ਹੋ ਗਏ ਸੀ। ਜਿਹੜਾ ਉਹਨਾਂ ਦਾ ਪਰਿਵਾਰ ਸੀ, ਪੁੱਤਰ ਸੀ, ਪਤਨੀ ਆਦਿਕ ਸੀ, ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਸਨ, ਉਹ ਵੀ ਰਾਜਿਆਂ ਦੇ ਕੋਲ ਨਹੀਂ ਸਨ। ਦੀਹ ਮਹਾ ਦੁਰਗੇ ਬਡੋ ਦਿੜ ਜਾਏ ਨਾ ਕੋ, ਗੜ ਮੈਂ ਬਲ ਰਾਸੀ। ਲੋਕ ਆਖਦੇ ਕਿ ਕਵੀ ਜੀ ਲਿਖ ਰਹੇ ਹਨ ਕਿ ਗਵਾਲੀਅਰ ਦਾ ਕਿਲਾ ਇਸ ਪ੍ਰਕਾਰ ਦਾ ਸੀ ਜਿਹੜਾ ਬੜਾ ਹੀ ਵਿਸ਼ਾਲ ਸੀ, ਮਜ਼ਬੂਤ ਸੀ, ਤੇ ਜਿਸ ਕਿਲੇ ਦੇ ਵਿੱਚ ਕੋਈ ਤਾਕਤਵਰ ਸੂਰਮਾ ਨਹੀਂ ਜਾ ਸਕਦਾ ਸੀ, ਭਾਵ ਉਸ ਨੂੰ ਕੋਈ ਵੀ ਜਿੱਤ ਨਹੀਂ ਸੀ ਸਕਦਾ ਕਿਉਂਕਿ ਪਹਾੜ ਦੇ ਸਿਖਰ ਤੇ ਬਣਿਆ ਹੋਇਆ ਸੀ, ਤਾਂ ਇਸ ਕਰਕੇ ਜਿੱਤਣਾ ਅਸੰਭਵ ਸੀ। ਹੀਨ ਉਪਾਏ ਰਹੇ ਦੁਖ ਪਾਏ, ਜੋ ਛੂਟਨ ਤੇ ਨਿਤ ਧਾਰ ਨਿਰਾਸੀ। ਹੁਣ ਜਿਹੜਾ ਇੱਕ ਵਾਰ ਕੈਦ ਹੋ ਕੇ ਰਾਜਾ ਉਸ ਗਵਾਲੀਅਰ ਦੇ ਕਿਲੇ ਦੇ ਵਿੱਚ ਪਹੁੰਚ ਜਾਂਦਾ ਸੀ, ਉਸ ਪ੍ਰਤੀ ਇੱਕ ਧਾਰਨਾ ਬਣ ਜਾਂਦੀ ਸੀ ਕਿ ਭਾਈ ਜਿਉਂਦੇ ਜੀ ਤੇ ਛੁੱਟ ਨਹੀਂ ਸਕਦਾ ਹੈ। ਹੀਨ ਭਾਵਨਾ ਮਨ ਦੇ ਵਿੱਚ ਉਹ ਮਹਿਸੂਸ ਕਰਦੇ ਸੀ ਕਿ ਕਿਸੇ ਵੀ ਰੂਪ ਦੇ ਵਿੱਚ ਇੱਥੋਂ ਬਾਹਰ ਨਹੀਂ ਨਿਕਲਿਆ ਜਾਵੇਗਾ। ਦੁੱਖ ਪਾ ਰਹੇ ਸਨ ਜਿਨ੍ਹਾਂ ਨੇ ਹਮੇਸ਼ਾ ਲਈ ਕੈਦ ਵਿੱਚੋਂ ਛੁੱਟ ਜਾਣ ਪ੍ਰਤੀ ਨਿਰਾਸ਼ਾ ਧਾਰਨ ਕੀਤੀ ਸੀ, ਨਿਰਾਸ਼ ਹੋ ਜਾਂਦੇ ਸਨ। ਜਿਹੜਾ ਗਵਾਲੀਅਰ ਦੇ ਕਿਲੇ ਦੇ ਵਿੱਚ ਗਿਆ, ਸਮਝੋ ਉਸ ਦੀ ਮੌਤ ਪੱਕੀ। ਜਿਉਂਦੇ ਜੀ ਉਹ ਕਿਲੇ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ, ਤਾਂ ਫਿਰ ਲੋਕ ਉਹਨਾਂ ਦੇ ਬਾਰੇ ਸੋਚਦੇ ਹਨ। ਸ਼੍ਰੀ ਹਰਿ ਗੋਬਿੰਦ ਧੀਰ ਬਿਨਾ ਕਹੁ ਕੌਣ ਕਰੈ, ਅਸ ਬੰਧ ਖਲਾਸੀ। ਹੁਣ ਜਿਉਂਦੇ ਜੀ ਤਾਂ ਕਿਲੇ ਦੇ ਵਿੱਚੋਂ ਬਾਹਰ ਨਹੀਂ ਸੀ ਆਇਆ ਜਾ ਸਕਦਾ, ਦੇਸ਼ ਛੁੱਟ ਗਿਆ, ਪਰਿਵਾਰ ਛੁੱਟ ਗਿਆ, ਦੁੱਖ ਪਾ ਰਹੇ ਵੱਡਾ ਕਿਲਾ ਕਿ ਕੋਈ ਮਦਦ ਵੀ ਨਹੀਂ ਕਰ ਸਕਦਾ ਕਿ ਕਿਲੇ ਤੇ ਹਮਲਾ ਕਰਕੇ ਰਾਜਿਆਂ ਨੂੰ ਛੁਡਾ ਸਕਦਾ ਹੋਵੇ। ਕਵੀ ਜੀ ਲਿਖਦੇ ਕਿ ਉਹ ਲੋਕ ਆਖ ਰਹੇ ਸਨ ਕਿ ਧੀਰਜਵਾਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਹੀ ਹਨ, ਉਹਨਾਂ ਤੋਂ ਬਿਨਾਂ ਦੱਸੋ ਕਿਹੜਾ ਹੈ ਜਿਹੜਾ ਇਹਨਾਂ ਰਾਜਿਆਂ ਦੀ ਬੰਦ ਖਲਾਸੀ ਕਰ ਸਕਦਾ ਹੋਵੇ। ਸਵਈਆ ਦੇਸ਼ ਵਿਦੇਸ਼ਨ ਜੀਤ ਭਲੇ, ਇੱਕ ਰਾਜ ਭਇਓ ਬੜ ਤੇਜ ਪ੍ਰਕਾਸ਼ੀ। ਜਿਤਨੇ ਵੀ
ਰਾਜੇ ਸਨ, ਉਹਨਾਂ ਦੇ ਵੱਖ-ਵੱਖ ਦੇਸ਼ ਸੀ। ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਿੱਤ ਕੇ ਬਾਦਸ਼ਾਹ ਜਹਾਂਗੀਰ ਨੇ ਇੱਕ ਬੜਾ ਹੀ ਵੱਡਾ ਤੇਜ ਪ੍ਰਤਾਪ ਵਾਲਾ ਰਾਜ ਕਾਇਮ ਕੀਤਾ ਸੀ। ਨਾਹੇ ਰਹਿਓ ਅਵਨੀ ਤਲ ਕੋ ਅਸ, ਜੋ ਰਣ ਠਾਨ ਕਰੈ ਬਲ ਨਾਸ਼ੀ। ਹੁਣ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਕੋਈ ਵੀ ਅਜਿਹਾ ਬਾਗੀ ਨਹੀਂ ਸੀ ਰਹਿ ਗਿਆ ਜੋ ਯੁੱਧ ਕਰਕੇ ਜਹਾਂਗੀਰ ਦੀ ਤਾਕਤ ਨੂੰ ਖਤਮ ਕਰ ਸਕਦਾ ਹੋਵੇ। ਦੀਹ ਵਧਿਓ ਤੁਰਕੇਸ਼ ਪ੍ਰਤਾਪ ਗਾਹੇ, ਰਿਪਤਾਹੇ ਨਾ ਸ਼ੋਰਨ ਆਸੀ। ਕਵੀ ਜੀ ਲਿਖਦੇ ਕਿ ਤੁਰਕ ਬਾਦਸ਼ਾਹ ਦਾ ਪ੍ਰਤਾਪ ਬਹੁਤ ਵੱਧ ਗਿਆ ਸੀ। ਜਿਹੜੇ ਉਸਨੇ ਦੁਸ਼ਮਣ ਰਾਜੇ ਫੜੇ ਹੋਏ ਸਨ, ਉਹਨਾਂ ਨੂੰ ਰਿਹਾ ਹੋਣ ਦੀ ਕੋਈ ਵੀ ਆਸ ਨਹੀਂ ਸੀ। ਸ਼੍ਰੀ ਹਰਿ ਗੋਬਿੰਦ ਧੀਰ ਬਿਨਾ, ਕਹੋ ਕੌਣ ਕਰੈ ਅਸ ਬੰਧ ਖਲਾਸੀ। ਸੋ ਧੀਰਜਵਾਨ ਮਹਾਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੋਂ ਬਿਨਾ ਉਹਨਾਂ ਦੀ ਅਜਿਹੀ ਬੰਧ ਖਲਾਸੀ ਕੌਣ ਕਰਵਾ ਸਕਦਾ ਸੀ। ਦੋਹਰਾ ਪਰਵਾਰਤ ਖਸ ਫਸ ਮਹਾ, ਮਹੀਪਾਲ ਤਿਸ ਕਾਲ। ਉਸ ਸਮੇਂ ਆਪਸ ਦੇ ਵਿੱਚ ਬਹੁਤ ਹੀ ਫਸੇ ਹੋਏ ਕਹਿੰਦੇ ਹੋਏ ਰਾਜੇ ਜਿਹੜੇ ਹਨ, ਉਹਨਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਘੇਰਾ ਪਾਇਆ। ਭਵ ਚਾਰ ਚਫੇਰੇ ਹਨ, ਸੋਚਦੇ ਕਿ ਕਿਤੇ ਪੱਲਾ ਹੀ ਨਾ ਛੁੱਟ ਜਾਵੇ। ਜੇਕਰ ਲੜ ਛੁੱਟ ਗਿਆ, ਸਤਿਗੁਰੂ ਜੀ ਦੀ ਜਿਹੜੀ ਕਲੀ ਫੜੀ ਹੋਈ ਹੈ, ਜੇਕਰ ਉਹ ਕੱਪੜਾ ਹੱਥ ਦੇ ਵਿੱਚੋਂ ਛੁੱਟ ਗਿਆ, ਤਣੀ ਛੁੱਟ ਗਈ ਤੇ ਕਿਲੇ ਚੋਂ ਬਾਹਰ ਨਹੀਂ ਨਿਕਲਿਆ ਜਾਵੇਗਾ। ਸੋ ਬੜੀ ਜਲਦੀ ਦੇ ਨਾਲ ਸਾਰੇ ਸਤਿਗੁਰੂ ਜੀ ਦੇ ਲਾਗੇ ਹੋ ਰਹੇ ਕਿ ਕਿਤੇ ਉਹ ਤਣੀਆਂ ਨਾ ਸਾਥੋਂ ਛੁੱਟ ਜਾਵਣ। ਦੁਰਗ ਪੌਰ ਨਿਕਸੇ ਗੁਰੂ, ਕੌਤਕ ਹੋਤ ਵਿਸਾਲ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਲੇ ਦੇ ਦਰਵਾਜ਼ੇ ਦੇ ਵਿੱਚੋਂ ਬਾਹਰ ਨਿਕਲੇ ਤਾਂ ਬੜਾ ਵੱਡਾ ਜਿਹੜਾ ਕੌਤਕ ਸੀ, ਜਿਹੜਾ ਮਨ ਨੂੰ ਆਨੰਦ ਦੇਣ ਵਾਲਾ ਕਾਰਜ ਹੈ ਨਾ, ਉਹ ਹੋਇਆ ਹੈ। ਚੌਪਈ ਲੋਕ ਹਜ਼ਾਰੋ ਹੇਰਨ ਹੇਤ, ਹਜ਼ਾਰਾਂ ਲੋਕ ਵੇਖਣ ਵਾਸਤੇ ਆਏ ਹਨ। ਮਿਲੇ ਆਏ ਹੋਏ ਸ਼ੀਘਰ ਸਮੇਤ, ਬੜੀ ਤੇਜ਼ੀ ਦੇ ਨਾਲ ਉਹ ਇਕੱਠੇ ਹੁੰਦੇ ਹਨ। ਭਈ ਦੂਰ ਲਗ ਪੰਗਤ ਖਰੀ, ਉਹ ਬੜੀ ਦੂਰ ਤੱਕ ਲਾਈਨਾਂ ਦੇ ਵਿੱਚ ਖੜੇ ਹਨ। ਗੁਰ ਦਰਸ਼ਨ ਲੈ ਬੰਦਨ ਕਰੀ। ਗੁਰੂ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਨੂੰ ਨਮਸਕਾਰਾਂ ਕਰ ਰਹੇ ਹਨ। ਉਚਰੈ ਸੋ ਜਸ ਮਹਾ ਤਿਸ ਕਾਲਾ, ਗੁਰੂ ਜੀ ਦਾ ਸ੍ਰੇਸ਼ਟ ਜਸ ਉਚਾਰਨ ਕਰ ਰਹੇ ਹਨ। ਬੰਦ ਖਲਾਸੀ ਜਾਨ ਕਿਰਪਾਲਾ। ਕਿ ਉਸ ਸਮੇਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਰਾਜਿਆਂ ਨੇ ਜਾਣ ਲਿਆ ਕਿ ਉਹ ਬੰਧਨ ਮੁਕਤ ਹੋ ਗਏ ਹਨ। ਤੁਮ ਬਿਨ ਕੌਣ ਕਰੇ ਅਸ ਕਾਜ, ਉਹ ਸਾਰੇ ਆਖਦੇ ਕਿ ਸਤਿਗੁਰੂ ਜੀ ਆਪ ਤੋਂ ਬਿਨਾ ਹੋਰ ਕੌਣ ਹੈ ਜਿਹੜਾ ਅਜਿਹਾ ਕਾਰਜ ਕਰ ਸਕਦਾ ਹੋਵੇ। ਬਿਰਦ ਸੰਭਾਰ ਗਰੀਬ ਨਿਵਾਜ, ਇਹ ਗਰੀਬ ਨਿਵਾਜ ਸਤਿਗੁਰੂ ਜੀਓ, ਆਪ ਜੀ ਨੇ ਬਿਰਦ ਸੰਭਾਲਿਆ, ਨਿਤ ਕਰਮ ਸੰਭਾਲਿਆ ਹੈ। ਬਸਤਰ ਵਿਭੂਖਨ ਸ਼ਸਤਰ ਸਜੰਤੇ, ਗੁਰੂ ਜੀ ਵਸਤਰ ਗਹਿਣੇ ਅਤੇ ਸ਼ਸਤਰਾਂ ਦੇ ਨਾਲ ਸਜੇ ਹੋਏ ਹਨ। ਦੀਲ ਵਿਸਾਲ ਚਲਤ ਦੁੱਤਵੰਤੇ, ਵੱਡੀ ਲੀਲ ਡੌਲ ਤੇ ਸੋਭਾ ਸਹਿਤ ਸਤਿਗੁਰੂ ਜੀ ਚੱਲਦੇ ਹਨ। ਨਿਕਸ ਦੁਰਗ ਤੇ ਬਾਹਰ ਖਰੇ, ਕਿਲੇ ਦੇ ਵਿੱਚੋਂ ਬਾਹਰ ਨਿਕਲ ਕਰ ਖੜੇ ਹੋ ਜਾਂਦੇ ਹਨ। ਤਬੈ ਲੋਹਾਰ ਹਕਾਰਨ ਕਰੇ, ਤਦ ਉੱਥੇ ਸਤਿਗੁਰੂ ਜੀ ਨੇ ਲੋਹਾਰ ਨੂੰ ਬੁਲਾਇਆ ਹੈ। ਸਭ ਕੇ ਪਗ ਬੰਧਨ ਕਟਵਾਏ, ਸਭ ਰਾਜਿਆਂ ਦੇ ਪੈਰਾਂ ਦੀਆਂ ਜੰਜੀਰਾਂ ਕਟਵਾ ਦਿੱਤੀਆਂ ਹਨ। ਹੋਏ ਨਿਰਬੰਧ ਮਹਿ ਪਹਰ ਖਾਏ, ਬੰਧਨ ਮੁਕਤ ਹੋ ਕੇ ਰਾਜੇ ਬੜੇ ਪ੍ਰਸੰਨ ਹੁੰਦੇ ਹਨ। ਇਸੇ ਪ੍ਰਕਾਰ ਜਿਹੜਾ ਸਤਿਗੁਰੂ ਜੀ ਦਾ ਪੱਲਾ ਫੜਦਾ ਨਾ, ਇਹ ਵਹਿਮ ਭਰਮ ਕਰਮ ਕਾਂਡ ਆਦਿਕ ਜਿਹੜੇ ਫੈਲੇ ਹੋਏ ਹਨ, ਵਿਕਾਰ ਆਦਿਕ, ਬੁਰੀਆਂ ਆਦਤਾਂ ਆਦਿਕ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਜੰਜੀਰਾਂ ਸਾਡੇ ਪੈਰਾਂ ਦੇ ਵਿੱਚ ਪਈਆਂ ਹੋਈਆਂ ਨਾ, ਜਦੋਂ ਅਸੀਂ ਸਤਿਗੁਰੂ ਜੀ ਦੀ, ਪੂਰੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਂਦੇ ਤੇ ਫਿਰ ਸਾਡੇ ਪੈਰਾਂ ਦੇ ਵਿੱਚ ਪਈਆਂ ਹੋਈਆਂ ਇਹ ਜਿਹੜੀਆਂ ਜੰਜੀਰਾਂ ਹਨ,
ਇਹ ਵੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਕਟੀਆਂ ਜਾਂਦੀਆਂ ਹਨ। ਜਿਮ ਸਿੱਖਨ ਪਰ ਕਿਰਪਾ ਧਾਰੈ, ਜਿਨ੍ਹਾਂ ਸਿੱਖਾਂ ਦੇ ਉੱਪਰ ਗੁਰੂ ਜੀ ਕਿਰਪਾ ਧਾਰਨ ਕਰਦੇ ਹਨ, ਕਰਮ ਬੰਧ ਤਤ ਸ਼ਨ ਕਟ ਡਾਰੈ। ਉਹਨਾਂ ਦੇ ਕਰਮਾਂ ਦੇ ਬੰਧਨਾਂ ਨੂੰ ਉਸੇ ਹੀ ਪਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੱਟ ਦਿੰਦੇ ਹਨ। ਤਿਮ ਲੋਕਨ ਦ੍ਰਿਸ਼ਟਾਂਤ ਦਿਖਾਇਓ, ਦੇਵੇ ਹੀ ਲੋਕਾਂ ਨੂੰ ਇਹ ਸਤਿਗੁਰੂ ਜੀ ਨੇ ਉਦਾਹਰਨ ਦਿਖਾਇਆ, ਦ੍ਰਿਸ਼ਟਾਂਤ ਵਿਖਾਇਆ ਹੈ। ਜੋ ਚੱਲ ਸਤਿਗੁਰ ਸ਼ਰਣੀ ਆਇਓ, ਕਿ ਜੋ ਵੀ ਚੱਲ ਕੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਸੋ ਨਿਰਬੰਧਨ ਹੋਏ ਮੁਦ ਪਾਵੈ। ਉਹ ਬੰਧਨ ਮੁਕਤ ਹੋ ਕੇ ਖੁਸ਼ੀ ਪ੍ਰਾਪਤ ਕਰਦਾ ਹੈ। ਬਦਿਤ ਹੋਏ ਨ ਆਵੈ ਜਾਵੈ। ਕਵੀ ਜੀ ਲਿਖਦੇ ਹਨ ਕਿ ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ, ਨਾ ਕੋਈ ਉਸ ਨੂੰ ਬੰਧਨ ਰਹਿੰਦਾ, ਤੇ ਆਵਾਗਾਉਣ ਦਾ ਜਿਹੜਾ ਚੱਕਰ ਹੈ, ਜਨਮ ਮਰਨ ਦਾ ਚੱਕਰ, ਉਸ ਦੇ ਵਿੱਚ ਵੀ ਨਹੀਂ ਪੈਂਦਾ ਹੈ। ਦੇਖ ਕਿਰਪਾ ਨਿਧ ਕੀ ਵਡਿਆਈ, ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਦੀ ਅਜਹੀ ਵਡਿਆਈ ਵੇਖ ਕਰ। ਤਬ ਹਰਦਾਸ ਮੋਦ ਉਰ ਪਾਈ, ਤਦ ਕਿਲੇਦਾਸ ਹਰਦਾਸ ਨੇ ਹਿਰਦੇ ਦੇ ਵਿੱਚ ਬੜਾ ਆਨੰਦ ਪ੍ਰਾਪਤ ਕੀਤਾ ਹੈ। ਰਹੋ ਸੰਗ ਮੈਂ ਨਾਹੇ ਨਾ ਤਿਆਗੋ, ਆਖਦਾ ਕਿ ਸਤਿਗੁਰੂ ਜੀ ਮੈਂ ਆਪ ਜੀ ਦੇ ਨਾਲ ਹੀ ਰਹਾਂਗਾ, ਸਾਥ ਨਹੀਂ ਛੱਡਾਂਗਾ। ਸਫਲ ਜਨਮ ਗੁਰ ਸੇਵਾ ਲਾਗੋ, ਆਪਣਾ ਜਨਮ ਸਫਲ ਕਰ ਲਈ ਮੈਂ ਗੁਰੂ ਜੀ ਦੀ ਸੇਵਾ ਦੇ ਵਿੱਚ ਲੱਗਾ ਰਹਾਂਗਾ। ਪਾਦੜੀ ਛੰਦ ਹਰਦਾਸ ਹੇਰ ਕਰਨਾ ਨਿਧਾਨ, ਕਿਰਪਾ ਦੇ ਖਜ਼ਾਨੇ ਗੁਰੂ ਜੀ ਨੇ ਹਰਦਾਸ ਜੀ ਨੂੰ ਵੇਖਿਆ ਹੈ। ਚਿਤ ਚਾਹਤ ਦਿਓ ਆਨੰਦ ਮਹਾਨ, ਉਸ ਨੂੰ ਚਿਤ ਪਾਉਂਦਾ ਮਹਾਨ ਆਨੰਦ ਬਖਸ਼ਿਆ ਹੈ। ਤਬ ਕਹਿਓ ਜਿਤਕ ਕੈਦੀ ਨਿਰਪਾਲ, ਫਿਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹਰਦਾਸ ਜਿੰਨੇ ਵੀ ਕੈਦੀ ਰਾਜੇ ਹਨ, ਸਭ ਲਿਓ ਸੰਗ ਅਬ ਪੰਥ ਚਾਲ, ਸਾਰਿਆਂ ਨੂੰ ਨਾਲ ਲਵੋ ਤੇ ਇਸੇ ਵੇਲੇ ਰਸਤੇ ਤੇ ਚੱਲ ਪਵੋ। ਹਮ ਤੇ ਸੋ ਜਦੋਂ ਹੋਏ ਕਰ ਪਿਆਨ, ਉਹ ਸਾਡੇ ਨਾਲੋਂ ਵੱਖਰੇ ਹੋ ਕਰ ਚੱਲਣਗੇ। ਨ੍ਰਿਪ ਸਨੇ ਸਨੇ ਚੱਲ ਹੈ ਮਹਾਨ, ਮਹਾਨ ਰਾਜੇ ਹੌਲੀ ਹੌਲੀ ਚੱਲ ਕਰ ਆਵਣਗੇ। ਹਮ ਕਰੈ ਸ਼ੀਘਰਤਾ ਮਗ ਵਿਸਾਲ, ਅਸੀਂ ਬੜੀ ਤੇਜ਼ੀ ਦੇ ਨਾਲ ਵੱਡਾ ਰਸਤਾ ਤੈਅ ਕਰਾਂਗੇ। ਉਰ ਸ਼ਾਹੂ ਪ੍ਰਤੀਖਤ ਬਿਤੈ ਕਾਲ, ਕਿਉਂਕਿ ਬਾਦਸ਼ਾਹ ਨੂੰ ਆਪਣੇ ਹਿਰਦੇ ਦੇ ਵਿੱਚ ਸਾਡੀ ਉਡੀਕ ਕਰਦਿਆਂ ਬਹੁਤ ਚਿਰ ਹੋ ਗਿਆ ਹੈ। ਇਮ ਕਹਿਓ ਪੁਨਹਿ ਕੀਨੋ ਪਿਆਨ, ਗੁਰੂ ਜੀ ਨੇ ਫਿਰ ਇਸ ਪ੍ਰਕਾਰ ਆਖਿਆ ਤੇ ਫਿਰ ਪਿਆਨਾ ਕਰਦੇ ਹਨ। ਚੜ ਕਰ ਤੁਰੰਗ ਚੰਚਲ ਮਹਾਨ, ਇੱਕ ਵੱਡੇ ਫਰਤੀਲੇ ਘੋੜੇ ਦੇ ਉੱਪਰ ਸਤਿਗੁਰੂ ਜੀ ਸਵਾਰ ਹੋ ਕਰ ਚੱਲੇ ਹਨ। ਤਬ ਖਾਂ ਵਜ਼ੀਰ ਨਿਜ ਸੰਗ ਲੀਨ, ਤਦ ਉਹਨਾਂ ਨੇ ਵਜ਼ੀਰ ਖਾਨ ਨੂੰ ਆਪਣੇ ਨਾਲ ਲੈ ਲਿਆ ਹੈ। ਮੁਖ ਕਰਤ ਬਾਰਤਾ ਗੁਰ ਪਰਬੀਨ, ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵਿਚਾਰਾਂ ਕਰਦਾ ਚੱਲਦਾ ਹੈ। ਸਭ ਸਿੱਖ ਆਦ ਜੇਠੇ ਆਨੰਦ, ਸਾਰੇ ਸਿੱਖ ਭਾਈ ਜੇਠਾ ਜੀ ਆਦਿਕ ਜਿਹੜੇ ਹਨ, ਸਾਰੇ ਬੜੇ ਹੀ ਆਨੰਦ ਪ੍ਰਸੰਨ ਹਨ। ਗਮਨੇ ਸੋਲਾਰ ਕੁਲ ਸੋਢ ਚੰਦ, ਉਹ ਵੀ ਸੋਢੀ ਵੰਸ਼ ਦੇ ਚੰਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚੱਲ ਪੈਂਦੇ ਹਨ। ਧਰ ਸ਼ਸਤਰ ਸ਼ੁਭਤ ਜਿਮ ਮਹਿਦ ਸਿੰਘ, ਸ਼ਸਤਰ ਧਾਰਨ ਕਰਕੇ ਇਵੇਂ ਸ਼ੋਭ ਰਹੇ ਜਿਵੇਂ ਵੱਡੇ ਸ਼ੇਰ ਹੋਵਨ। ਬਹਿਲਾਰ ਜਾਤ ਸੰਤੋਖ ਸਿੰਘ, ਕਵੀ ਸੰਤੋਖ ਸਿੰਘ ਜੀ ਲਿਖਦੇ ਕਥਨ ਕਰਦੇ ਹਨ ਕਿ ਉਹ ਉਹਨਾਂ ਤੋਂ ਭਾਵ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਅਬ ਰਾਸ ਚਤੁਰਥੀ ਪੂਰ ਕੀਨ, ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਣਾ ਕੀਤਾ, ਇਸ ਦੀਆਂ 12 ਰਾਸਾਂ ਹਨ। ਜਿਵੇਂ ਸੂਰਜ ਦੀਆਂ 12 ਰਾਸਾਂ, ਉਸੇ ਪ੍ਰਕਾਰ ਜਿਵੇਂ ਇਸ ਗ੍ਰੰਥ ਦਾ ਨਾਮ ਉਸੇ ਹੀ ਤਰ੍ਹਾਂ ਇਹ ਵੀ 12 ਰਾਸਾਂ ਦੇ ਵਿੱਚ ਅੰਕਿਤ ਕੀਤਾ ਗਿਆ। ਹਰੇਕ ਰਾਸ ਦੇ ਵਿੱਚ ਵੱਖ-ਵੱਖ ਅਧਿਆਏ ਹਨ। ਤਾਂ ਜਿਹੜੀਆਂ 4 ਰਾਸਾਂ ਹਨ ਪਹਿਲੀਆਂ ਇਹ ਸੂਰਜ ਪ੍ਰਕਾਸ਼ ਗ੍ਰੰਥ ਦੀਆਂ,
ਇਥੋਂ ਤੱਕ ਦੇ ਇਤਿਹਾਸ ਦੇ ਨਾਲ ਕਵੀ ਜੀ ਨੇ ਉਹ ਰਾਸ ਦੀ ਵੀ ਸੰਪੂਰਨਤਾ ਕੀਤੀ ਹੈ। ਗੁਰ ਕਿਰਪਾ ਧਾਰ ਉਦਮ ਸੋ ਦੀਨ। ਕਵੀ ਜੀ ਲਿਖਦੇ ਕਿ ਗੁਰੂ ਜੀ ਨੇ ਕਿਰਪਾ ਕਰਕੇ ਹਿੰਮਤ ਬਖਸ਼ਿਸ਼ ਕੀਤੀ ਹੈ। ਸੁੰਦਰ ਬਿਲਾਸ ਕੀਨੇ ਪ੍ਰਕਾਸ਼। ਇਸ ਦੇ ਵਿੱਚ ਸੁੰਦਰ ਬਚਨ ਬਿਲਾਸ ਭਾਵ ਇਤਿਹਾਸ ਪ੍ਰਗਟ ਕੀਤਾ ਹੈ। ਜਿਮ ਪਠਤ ਸੁਨਤ ਸਭ ਪਾਪ ਨਾਸ਼। ਤੇ ਕਵੀ ਜੀ ਆਖਰੀ ਪੰਕਤੀ ਦੇ ਵਿੱਚ ਉਚਾਰਨ ਕਰਦੇ ਕਿ ਜਿਹੜਾ ਇਤਿਹਾਸ ਹੈ ਨਾ, ਜਿਸ ਨੂੰ ਪੜਨ ਦੇ ਨਾਲ ਸੁਣਨ ਦੇ ਨਾਲ ਸਭ ਪਾਪਾਂ ਦਾ ਨਾਸ਼ ਹੋਵੇਗਾ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਮਹਾਨ ਹੈ ਜੀ, ਤੇ ਉਹਨਾਂ ਦੀ ਉਸਤਤ ਕਰਨ ਦੇ ਨਾਲ ਜੀਵਨ ਜਿਹੜਾ ਸੁਚੱਜਾ ਹੋ ਜਾਂਦਾ ਹੈ। ਵੱਡਿਆਂ ਦੀ ਸਿਫਤ ਕਰਨ ਦੇ ਨਾਲ ਮਨੁੱਖ ਵੱਡਾ ਹੋ ਜਾਂਦਾ। ਸੋ ਮਾਲਕ ਜੀ ਦੀ ਸਿਫਤ ਕਰਨ ਦੇ ਨਾਲ, ਜੋ ਮਾਲਕ ਜੀ ਦੀ ਕਿਰਪਾ ਦੇ ਨਾਲ ਹੀ ਸੰਭਵ ਹੈ, ਜੀਵਨ ਦੇ ਜਿਹੜੇ ਵਿਕਾਰ ਆਦਿਕ ਹਨ ਉਹ ਖਤਮ ਹੋ ਜਾਂਦੇ ਹਨ। ਅਗਲੀ ਰਾਸ ਦੀ ਫਿਰ ਕਵੀ ਜੀ ਰਮਤਾ ਕਰਦੇ ਆਰੰਭ ਦੇ ਵਿੱਚ ਮੰਗਲਾ ਚਰਨ ਹਨ। ਪਰਮਾਤਮਾ ਜੀ ਦੇ ਚਰਨਾਂ ਦੇ ਵਿੱਚ, ਸ਼ਾਰਦਾ ਜੀ ਦੇ ਚਰਨਾਂ ਦੇ ਵਿੱਚ, 10 ਗੁਰੂ ਸਾਹਿਬਾਨਾਂ ਜੀ ਦੇ ਚਰਨਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ, ਤੇ ਉਪਰੰਤ ਕਵੀ ਜੀ ਫਿਰ ਇਤਿਹਾਸ ਦੀ ਰਮਤਾ ਕਰਨਗੇ ਜੀ। ਕਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆ ਕਰ ਦਿੱਲੀ ਪਹੁੰਚਦੇ ਹਨ, ਤੇ ਦਿੱਲੀ ਆ ਕਰ ਫਿਰ ਬਾਦਸ਼ਾਹ ਦੇ ਨਾਲ ਮਿਲਾਪ ਹੁੰਦਾ। ਕੀ ਵਿਚਾਰਾਂ ਹੁੰਦੀਆਂ ਹਨ ਜੀ। ਸਮੁੱਚਾ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਆਪ ਸਭ ਸੰਗਤਾਂ ਨੂੰ ਸਰਵਣ ਕਰਵਾਇਆ ਜਾਵੇਗਾ ਜੀ। ਸਮੇਂ ਦੀ ਸੰਪੂਰਨਤਾ ਹੈ ਜੀ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਣਾ ਕਰੀਏ। ਦੋਹਰਾ ਸਤਿਗੁਰੂ ਹਰਗੋਬਿੰਦ ਜੀ ਦੁਰਗ ਗਵਾਲੀਅਰ ਛੋਰ। ਖਾਂ ਵਜ਼ੀਰ ਕੋ ਸੰਗ ਲੈ ਗਮਨੇ ਦਿੱਲੀ ਔਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੈ ਪਾਰ। ਕਰ ਸੇਵੰਦੇ ਪਾਰ ਉਤਾਰਨ ਹਾਰ। ਸ਼ਰਦਾ ਕਰ ਸੇਵੰਦੇ ਪਾਰ ਉਤਾਰਨ ਹਾਰ। ਕਥਾ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਦੇਹੋ ਸੱਜਣ ਸੀਸੜਿਆ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।